ਦੋਸਤੋ ਪੰਜਾਬੀ ਟ੍ਰਿਬਿਊਨ ਦੇ ਰੋਜ਼ਾਨਾ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ ਤੁਹਾਡਾ ਸਵਾਗਤ ਹੈ। ਮੈਂ ਆਤਿਸ਼ ਗੁਪਤਾ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਅੱਜ ਅਸੀਂ ਗੱਲ ਕਰਾਂਗੇ ਕਿਸਾਨ ਅੰਦੋਲਨ, ਭਾਜਪਾ 'ਚ ਬਗਾਵਤ, ਛੇਤੀ ਟੁੱਟੇਗਾ ਡੈਡਲੌਕ। ਸਾਡੇ ਨਾਲ ਇਸ ਵਿਸ਼ੇ ਤੇ ਗੱਲਬਾਤ ਕਰਨ ਲਈ ਵਿਸ਼ੇਸ਼ ਤੌਰ ਤੇ ਹਾਜ਼ਰ ਨੇ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਸਿੰਘ ਭੁੱਲਰ ਸਾਹਿਬ। ਭੁੱਲਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਮਿਹਰਬਾਨੀ ਜੀ ਤੁਹਾਡੀ। ਚਰਨਜੀਤ ਜੀ, ਕੇਂਦਰੀ ਖੇਤੀ ਕਾਨੂੰਨਾਂ ਖਿਲਾਫ ਸ਼ੁਰੂ ਹੋਏ ਸੰਘਰਸ਼ ਨੂੰ ਜਿਹੜਾ ਹੈ ਦਿੱਲੀ ਦੀ ਬਰੂਹਾਂ ਤੇ ਚੱਲਦੇ ਨੂੰ ਅੱਜ 7.5 ਮਹੀਨੇ ਦਾ ਸਮਾਂ ਬੀਤ ਚੁੱਕਿਆ ਹੈ ਤੇ ਇਸ 7.5 ਮਹੀਨਿਆਂ ਦੇ ਸਮੇਂ ਦੌਰਾਨ ਕਈ ਭਾਜਪਾ ਆਗੂਆਂ ਨੇ ਕਿਸਾਨਾਂ ਦੇ ਹੱਕ 'ਚ ਹਾਂ ਦਾ ਨਾਰਾ ਮਾਰਿਆ। ਜੇਕਰ ਗੱਲ ਕਰੀਏ ਤਾਂ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੇ ਵੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਕਈ ਵਾਰ ਗੱਲ ਕੀਤੀ ਹੈ ਤੇ ਭਾਜਪਾ ਨੇ ਇੱਕ ਸਖਤ ਕਦਮ ਚੁੱਕਦਿਆਂ ਅਨਿਲ ਜੋਸ਼ੀ ਨੂੰ 6 ਸਾਲਾਂ ਲਈ ਪਾਰਟੀ ਤੋਂ ਬਾਹਰ ਕਰ ਦਿੱਤਾ ਹੈ। ਤੇ ਅਸੀਂ ਜਾਣਨਾ ਚਾਹਾਂਗੇ ਵੀ ਕਿ ਭਾਜਪਾ ਦੇ ਕਈ ਆਗੂਆਂ ਵੱਲੋਂ ਜਿਹੜਾ ਕਿਸਾਨਾਂ ਦੀ ਹਮਾਇਤ ਦੇ ਵਿੱਚ ਗੱਲਬਾਤ ਕੀਤੀ ਗਈ ਹੈ, ਪਰ ਭਾਜਪਾ ਨੇ ਅਨਿਲ ਜੋਸ਼ੀ ਖਿਲਾਫ ਜਿਹੜੀ ਇਹ ਕਾਰਵਾਈ ਕੀਤੀ ਹੈ, ਤੁਸੀਂ ਇਸ ਕਾਰਵਾਈ ਨੂੰ ਕਿਵੇਂ ਦੇਖਦੇ ਹੋ? ਦੇਖੋ, ਪੰਜਾਬ ਭਾਜਪਾ ਦੀ ਲੀਡਰਸ਼ਿਪ ਨੇ ਕੱਲ੍ਹ ਜਿਹੜਾ ਇਹ ਸਟੈਪ ਚੁੱਕਿਆ ਹੈ ਕਿ ਭਾਜਪਾ ਦੇ ਸਾਬਕਾ ਮੰਤਰੀ ਅਨਿਲ ਜੋਸ਼ੀ ਹੋਰਾਂ ਨੂੰ ਅਨੁਸ਼ਾਸਨੀ ਕਾਰਵਾਈ ਕਰਦੇ ਹੋਏ 6 ਵਰ੍ਹਿਆਂ ਲਈ ਉਹਨਾਂ ਨੇ ਭਾਜਪਾ 'ਚੋਂ ਆਊਟ ਕਰ ਦਿੱਤਾ, ਮਤਲਬ ਉਹਨਾਂ ਦੀ ਛੁੱਟੀ ਕਰ ਦਿੱਤੀ ਹੈ ਜੀ। ਉਹਨਾਂ ਨੂੰ ਭਾਜਪਾ 'ਚੋਂ ਬਾਹਰ ਕੱਢਣ ਤੋਂ ਬਾਅਦ ਸਿਆਸੀ ਹਲਕਿਆਂ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਜਿਹੜੇ ਰਿਐਕਸ਼ਨ ਹੈ ਉਹ ਦਿੱਤੇ ਜਾ ਰਹੇ ਨੇ। ਪਹਿਲੀ ਗੱਲ ਤਾਂ ਇਹ ਹੈ ਕਿ ਭਾਜਪਾ ਦਾ ਇਹ ਪਹਿਲਾ ਆਗੂ ਨਹੀਂ ਜਿਹੜਾ ਕਿਸਾਨੀ ਘੋਲ ਨੂੰ ਲੈ ਕੇ ਜਾਂ ਕਿਸਾਨਾਂ ਦੇ ਹਿੱਤਾਂ ਨੂੰ ਲੈ ਕੇ ਜਾਂ ਖੇਤੀ ਕਾਨੂੰਨਾਂ ਨੂੰ ਲੈ ਕੇ ਰਿਐਕਟ ਕੀਤਾ ਹੋਵੇ। ਇਸ ਤੋਂ ਪਹਿਲਾਂ ਇਸ ਤੋਂ ਵੱਡੇ ਨੇਤਾ ਵੀ ਔਰ ਇਸ ਤੋਂ ਛੋਟੇ ਨੇਤਾ ਵੀ ਕਿਸਾਨਾਂ ਦੀ ਹਮਾਇਤ ਦੇ ਵਿੱਚ ਬੋਲਦੇ ਰਹੇ ਨੇ। ਮੇਘਾਲਿਆ ਦੇ ਸਤਪਾਲ ਮਲਿਕ ਜਿਹੜੇ ਗਵਰਨਰ ਹੈ ਉਹ ਵੀ ਇਸ ਤੋਂ ਪਹਿਲਾਂ ਬੋਲੇ ਸੀਗੇ, ਔਰ ਪੰਜਾਬ ਦੇ ਵਿੱਚ ਮਾਸਟਰ ਮੋਹਨ ਲਾਲ ਨੇ, KD ਭੰਡਾਰੀ ਨੇ, RD ਚੌਧਰੀ ਨੇ ਲੁਧਿਆਣੇ ਵਾਲੇ, ਹੋਰ ਵੀ ਬਹੁਤ ਸਾਰੇ ਆਗੂਆਂ ਨੇ ਕਿਸਾਨਾਂ ਦੀ ਹਮਾਇਤ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜੀ। ਪਰ ਸਿਆਸੀ ਖੇਮਿਆਂ ਦੇ ਵਿੱਚ ਇਹ ਗੱਲ ਬੜੀ ਚਰਚਿਤ ਹੈ ਕੱਲ੍ਹ ਦੀ ਹੋਈ ਕਿ ਭਾਜਪਾ ਵੱਲੋਂ ਬੜਾ ਇਹ ਜਲਦਬਾਜ਼ੀ ਦੇ ਵਿੱਚ ਲਿਆ ਗਿਆ ਸਟੈਪ ਹੈ। ਇਹਦੇ ਪਿੱਛੇ ਕਈ ਤਰ੍ਹਾਂ ਦੇ ਕੋਈ ਕਾਰਨ ਵੀ ਛੁਪੇ ਹੈ ਜਿਹੜੇ ਹੋ ਸਕਦੇ ਨੇ। ਪਰ ਦੇਖੋ, ਪੋਲੀਟੀਕਲ ਪਾਰਟੀਆਂ ਦੇ ਵਿੱਚ ਇੰਨੀ ਕੁ ਤਾਂ ਸਪੇਸ ਹੋਣੀ ਚਾਹੀਦੀ ਹੈ ਕਿ ਉਹਨਾਂ ਦੇ ਆਗੂ, ਉਹਨਾਂ ਦੇ ਵਰਕਰ ਕੋਈ ਖੁੱਲ੍ਹ ਕੇ ਆਪਣੀ ਗੱਲ ਰੱਖ ਸਕਣ। ਜਿੱਥੋਂ ਤੱਕ ਸਾਡੇ ਨੌਲੇਜ 'ਚ ਆਇਆ, ਸਾਨੂੰ ਪਤਾ ਲੱਗਿਆ ਹੈ ਕਿ ਅਨਿਲ ਜੋਸ਼ੀ ਹੋਰਾਂ ਨੇ ਕੋਈ ਇਹ ਨਹੀਂ ਕਿ ਇੱਕਦਮ ਆਪਣਾ ਜਿਹੜਾ ਬਿਆਨ ਹੈ ਉਹ ਦਾਗ ਦਿੱਤਾ, ਕਿਸਾਨਾਂ ਦੀ ਹਮਾਇਤ ਕਰ ਦਿੱਤਾ। ਪਹਿਲਾਂ ਉਹਨਾਂ ਨੇ ਕਿਸੇ ਨਾ ਕਿਸੇ ਰੂਪ 'ਚ ਪਾਰਟੀ ਪਲੇਟਫਾਰਮ ਦੇ ਉੱਤੇ ਵੀ ਆਪਣੀ ਗੱਲ ਕਹੀ ਸੀ ਜੀ, ਔਰ ਸਤੰਬਰ ਤੋਂ ਇਹ ਗੱਲ ਚਰਚਾ 'ਚ ਚੱਲ ਰਹੀ ਹੈ ਕਿ ਉਹਨਾਂ ਨੇ ਕਿਹਾ ਸੀ ਕਿ ਆਪਾਂ ਨੂੰ ਜਿਹੜੀ ਸੈਂਟਰ ਦੀ ਲੀਡਰਸ਼ਿਪ ਹੈ ਉਹਨਾਂ 'ਤੇ ਜਾ ਕੇ ਛੇਤੀ ਆਪਾਂ ਨੂੰ ਪ੍ਰੈਸ਼ਰ ਬਿਲਡ ਕਰਨਾ ਚਾਹੀਦਾ ਹੈ, ਔਰ ਕਿਸਾਨਾਂ ਦਾ ਜਿਹੜਾ ਮਸਲਾ ਹੈ ਜਲਦੀ ਤੋਂ ਜਲਦੀ ਖੇਤੀ ਕਾਨੂੰਨਾਂ ਵਾਲਾ ਸਾਨੂੰ ਹੱਲ ਕਰਾਉਣਾ ਚਾਹੀਦਾ। ਸਾਡੀ ਇਹ ਅਖਲਾਕੀ ਫਰਜ਼ ਵੀ ਬਣਦਾ ਹੈ, ਕਿਉਂਕਿ ਇਹ ਘੋਲ ਹੈ ਜਿਹੜਾ ਉਹ ਪੰਜਾਬ ਤੋਂ ਸ਼ੁਰੂ ਹੋਇਆ ਔਰ ਇਸ ਘੋਲ ਨਾਲ ਸਭ ਤੋਂ ਵੱਧ ਜਿਹੜੇ ਹਿੱਟ ਹੋਣੇ ਨੇ ਜਾਂ ਇਹਨਾਂ ਕਾਨੂੰਨਾਂ ਨਾਲ ਜਿਹੜੇ ਸਭ ਤੋਂ ਵੱਧ ਜਿਹੜੀ ਸੱਟ ਵੱਜਣੀ ਹੈ ਉਹ ਪੰਜਾਬ ਦੇ ਕਿਸਾਨਾਂ ਨੂੰ ਵੱਜਣੀ ਹੈ ਜੀ। ਤਾਂ ਉਹਨਾਂ ਦੀ ਸੁਣਵਾਈ ਤਾਂ ਕੀ ਕਰਨੀ ਸੀ ਇਸ ਗੱਲ ਦੀ। ਉਸ ਤੋਂ ਬਾਅਦ ਦੱਸਦੇ ਨੇ ਉਹਨਾਂ ਦੇ ਪਾਰਟੀ ਦੇ ਜਿਹੜੇ ਲੀਡਰ ਹੈਗੇ ਨੇ ਕਿ ਜਿਹੜੇ ਪਾਰਟੀ ਦੇ ਪ੍ਰੋਗਰਾਮ ਸੀਗੇ ਉਹਨਾਂ 'ਚ ਉਹਨਾਂ ਦੀ ਡਿਊਟੀ ਲਗਾਉਣੀ ਵੀ ਜਿਹੜੀ ਬੰਦ ਕਰ ਦਿੱਤੀ ਗਈ ਹੈ। ਦੇਖੋ, ਇੱਕ ਤਾਂ ਅਸੀਂ ਇਸ ਨੂੰ ਸਹਿਜ ਨਹੀਂ ਲੈ ਸਕਦੇ, ਇਹ ਨਹੀਂ ਕਹਿ ਸਕਦੇ ਕਿ ਪੰਜਾਬ ਭਾਜਪਾ ਲੀਡਰਸ਼ਿਪ ਨੇ ਨੋਟਿਸ ਦਿੱਤਾ ਔਰ ਉਹਨਾਂ 'ਤੇ ਕਾਰਵਾਈ ਕਰ ਦਿੱਤੀ ਜੀ। ਇਹਦੇ ਪਿੱਛੇ ਇੱਕ ਬਕਾਇਦਾ ਇੱਕ ਪਲੈਨਿੰਗ ਹੈ, ਇੱਕ ਨੀਤੀ ਚੱਲ ਰਹੀ ਹੈਗੀ ਹੈ, ਜਾਂ ਇੱਕ ਮਾਹੌਲ ਹੈ ਪੰਜਾਬ ਭਾਜਪਾ ਦੇ ਅੰਦਰ ਜੋ ਬਣ ਰਿਹਾ ਪਿਛਲੇ ਦਿਨਾਂ ਤੋਂ, ਔਰ ਵੈਸੇ ਤਾਂ ਸ਼ੁਰੂ ਤੋਂ ਹੀ ਚੱਲ ਰਿਹਾ। ਪਰ ਹੁਣ ਪਾਰਟੀ ਦੇ ਅੰਦਰ ਇੱਕ ਤਰ੍ਹਾਂ ਦੇ ਜਿਹੜੇ ਬਗਾਵਤੀ ਸੁਰ ਹੈ ਉਹ ਤਿੱਖੇ ਹੋਣੇ ਸ਼ੁਰੂ ਹੋ ਗਏ ਨੇ। ਜਿਹੜੀ ਪੰਜਾਬ ਭਾਜਪਾ ਦੀ ਸੈਕੰਡ ਲਾਈਨ ਦੀ ਲੀਡਰਸ਼ਿਪ ਹੈ ਉਹ, ਔਰ ਜਿਹੜੀ ਫਸਟ ਲਾਈਨ ਦੀ ਲੀਡਰਸ਼ਿਪ ਹੈ ਉਹਨਾਂ 'ਚੋਂ ਬਹੁਤੇ ਆਗੂ ਹੁਣ ਇਸ ਗੱਲ 'ਤੇ ਉਹਨਾਂ ਦਾ ਇੱਕ ਮਤ ਬਣਨ ਲੱਗਿਆ ਕਿ ਇਹ ਸਾਨੂੰ ਇਕਜੁੱਟਤਾ ਦੇ ਨਾਲ ਕਿਸਾਨਾਂ ਦੀ ਹਮਾਇਤ ਦੇ ਵਿੱਚ ਸਾਨੂੰ ਸੈਂਟਰ ਦੀ ਜਿਹੜੀ ਲੀਡਰਸ਼ਿਪ ਹੈ ਉਹਦੇ ਤੱਕ ਪਹੁੰਚ ਕਰਨੀ ਚਾਹੀਦੀ ਹੈ। ਤਾਂ ਕਿਤੇ ਨਾ ਕਿਤੇ ਇਹ ਗੱਲ ਅੰਦਰੋਂ ਅੰਦਰੀ ਪਾਰਟੀ ਦੇ ਵਿੱਚ ਚੱਲ ਵੀ ਰਹੀ ਹੈ। ਜਿੱਥੋਂ ਤੱਕ ਜੋਸ਼ੀ ਨੂੰ ਕੱਢੇ ਜਾਣ ਦਾ ਸਵਾਲ ਹੈ, ਉਹਦੇ ਵਿੱਚ ਇੱਕ ਫੈਸਲਾ ਤਾਂ ਇਸ ਕਰਕੇ ਵੀ ਲਿਆ ਕਿ ਭਾਜਪਾ ਦੇ ਵਿੱਚ ਜਦੋਂ ਇਹਨਾਂ ਨੇ ਇਹ ਗੱਲ ਭਾਪ ਲਈ ਸੀ, ਇਹਨਾਂ ਨੂੰ ਹੇਠਾਂ ਤੋਂ ਇੱਦਾਂ ਦੀ ਫੀਡਬੈਕ ਮਿਲਣੀ ਸ਼ੁਰੂ ਹੋ ਗਈ ਸੀ, ਕਿਉਂਕਿ ਪਿਛਲੇ ਦਿਨਾਂ 'ਚ ਤੁਸੀਂ ਦੇਖਿਆ ਹੋਵੇਗਾ ਕਿ ਮਾਨਸਾ ਤੋਂ, ਫਰੀਦਕੋਟ ਤੋਂ, ਲੁਧਿਆਣਾ ਤੋਂ ਅਤੇ ਪਲੱਸ ਮੋਹਾਲੀ ਵਾਲਾ ਮਾਲਵਿੰਦਰ ਕੰਗ ਹੈ ਜਿਹੜੇ ਸੀਨੀਅਰ ਆਗੂ ਨੇ, ਉਹ ਬਹੁਤ ਸਾਰੇ ਪਾਰਟੀ ਨੂੰ ਛੱਡ ਚੁੱਕੇ ਨੇ। ਰਾਮਪੁਰਾ ਫੂਲ ਤੋਂ ਇੱਕ ਮੱਖਣ ਜ਼ਿੰਦਲ, ਉਹ ਵੀ ਇਹਨਾਂ ਦੀ ਕਾਰਜਕਾਰਨੀ ਦਾ ਮੈਂਬਰ ਰਿਹਾ,
ਉਹਨੇ ਵੀ ਜਿਹੜੀ ਪਾਰਟੀ ਨੂੰ ਅਲਵਿਦਾ ਆਖਤਾ। ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਇਹ ਲੱਗਦਾ ਸੀ ਕਿ ਪਾਰਟੀ ਦੇ ਅੰਦਰ ਇੱਕ ਬਗਾਵਤ ਹੈ ਜਿਹੜੀ ਉਹ ਸ਼ੁਰੂ ਹੋ ਚੁੱਕੀ ਹੈ, ਕਿ ਆਉਣ ਵਾਲੇ ਦਿਨਾਂ 'ਚ ਇਹ ਬਗਾਵਤ ਹੈ ਜਿਹੜੀ ਵੱਧ ਸਕਦੀ ਹੈ ਔਰ ਲਾਰਜ ਸਕੇਲ 'ਤੇ ਇੱਕ ਮੂਵ ਬਣ ਸਕਦੀ ਹੈ। ਉਸ ਨੂੰ ਰੋਕਣ ਲਈ ਇਹਨਾਂ ਨੇ ਇੱਕ ਪੈਂਤੜਾ ਇਹ ਲਿਆ ਕਿ ਜੋਸ਼ੀ ਨੂੰ ਪਾਰਟੀ ਦੇ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਕਿ ਉਹ ਚੀਜ਼ ਦੂਸਰਿਆਂ ਲਈ ਸਬਕ ਬਣ ਸਕੇ। ਹੁਣ ਇਹ ਸਬਕ ਬਣਦੀ ਹੈ ਜਾਂ ਨਹੀਂ ਬਣਦੀ ਹੈ, ਇਹ ਤਾਂ ਆਉਣ ਵਾਲੇ ਦਿਨਾਂ 'ਚ ਸਾਡੇ ਸਾਹਮਣੇ ਆਏਗਾ। ਅਤੇ ਨਾਲ ਦੀ ਨਾਲ ਪਾਰਟੀ ਨੇ ਜਿਹਨੇ ਪਿਛਲੇ ਦਿਨਾਂ 'ਚ ਇਹਨਾਂ ਦੀ ਜਿੰਨੇ ਕੁ ਸਾਡੇ ਜਿਹੜੇ ਸੋਰਸਿਸ ਦੱਸ ਰਹੇ ਨੇ ਕਿ ਪੰਜਾਬ ਭਾਜਪਾ ਦੀ ਜਿਹੜੀ ਲੀਡਰਸ਼ਿਪ ਦੀ ਇੱਕ ਕੋਰ ਗਰੁੱਪ ਹੈ ਜਿਹੜਾ, ਉਹਦੀ ਮੀਟਿੰਗ ਹੋਈ ਹੈ। ਹੁਣ ਇਸ ਗੱਲ 'ਚ ਕਿੰਨੀ ਕੁ ਸੱਚਾਈ ਹੈ ਇਹ ਤਾਂ ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ, ਪਰ ਜਿੰਨੀ ਕੁ ਸਾਨੂੰ ਕਨਸੋ ਮਿਲੀ ਅੰਦਰੋਂ, ਉਹ ਇਹ ਪਤਾ ਲੱਗਿਆ ਕਿ ਪੰਜਾਬ ਭਾਜਪਾ ਲੀਡਰਸ਼ਿਪ ਨੇ ਇੱਕ ਗੱਲ ਮਨ ਬਣਾ ਲਿਆ ਹੈਗਾ ਕਿ ਇਸ ਦਾ ਹੁਣ ਜਿਹੜਾ ਖਿਲਾਰਾ ਹੈਗਾ ਇਸ ਨੂੰ ਸਮੇਟਿਆ ਜਾਵੇ। ਕਿਉਂਕਿ ਪੰਜਾਬ ਭਾਜਪਾ ਦੇ ਜਿਹੜੇ ਸੀਨੀਅਰ ਆਗੂਆਂ ਨੇ ਇਹ ਗੱਲ 'ਤੇ ਇੱਕਮਤ ਹੋਏ ਨੇ ਕਿ ਸਾਨੂੰ ਸੈਂਟਰ ਦੀ ਲੀਡਰਸ਼ਿਪ ਨੂੰ ਜਲਦੀ ਮਿਲਣਾ ਚਾਹੀਦਾ ਹੈ। ਤਾਂ ਜੇ ਇਹ ਗੱਲ ਦੇ ਵਿੱਚ ਸੱਚ ਹੈ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਭਾਜਪਾ ਆਗੂਆਂ ਦਾ, ਸੀਨੀਅਰ ਆਗੂਆਂ ਦਾ ਇੱਕ ਜਿਹੜਾ ਵਫਦ ਹੈ, ਉਹ ਸਟੇਟ ਪ੍ਰੈਜ਼ੀਡੈਂਟ ਦੀ ਅਗਵਾਈ ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਔਰ ਹੋਮ ਮਿਨਿਸਟਰ ਅਮਿਤ ਸ਼ਾਹ ਨੂੰ ਜਿਹੜਾ ਮੁਲਾਕਾਤ ਕਰ ਸਕਦਾ ਹੈ। ਉਹਦੇ ਵਿੱਚ ਇਹਨਾਂ ਨੇ 2 ਜਿਹੜੇ ਏਜੰਡੇ ਰੱਖੇ ਨੇ ਆਪਣੇ। ਫਸਟ ਏਜੰਡਾ ਜਿਹੜਾ ਨੇ ਜਿਹਦੇ ਸਭ ਤੋਂ ਵੱਧ ਸਟ੍ਰੈਸ ਦੇਣਾ ਚਾਹੁੰਦੇ ਨੇ, ਇਹ ਚਾਹੁੰਦੇ ਨੇ ਕਿ ਘੱਟੋ ਘੱਟ ਜਿਹੜੀ ਸਾਡੀ ਸੈਂਟਰ ਦੀ ਲੀਡਰਸ਼ਿਪ ਹੈ, ਸਾਡੀ ਗੌਰਮੈਂਟ ਹੈ, ਘੱਟੋ ਘੱਟ ਕਿਸਾਨਾਂ ਨਾਲ ਜਿਹੜਾ ਬਣਿਆ ਹੋਇਆ ਡੈਡਲੌਕ ਹੈ ਉਹਨੂੰ ਤੋੜਿਆ ਜਾਵੇ। ਗੱਲਬਾਤ ਹੈ ਜਿਹੜੀ ਕਿਸਾਨਾਂ ਨਾਲ ਮੁੜ ਸ਼ੁਰੂ ਕੀਤੀ ਜਾਵੇ। ਇੱਕ ਵਾਰੀ ਟੇਬਲ ਟਾਕ ਤਾਂ ਸ਼ੁਰੂ ਹੋਏਗੀ ਤਾਂ ਫਿਰ ਕਿਤੇ ਨਾ ਕਿਤੇ ਜਾ ਕੇ ਉਹ ਕਿਸੇ ਸਿਰੇ ਵੀ ਲੱਗੇਗੀ। ਕਿਉਂਕਿ ਹੁਣ ਤਾਂ ਤੁਹਾਨੂੰ ਵੀ ਪਤਾ ਹੈ ਕਿ 21-22 ਜਨਵਰੀ ਤੋਂ ਬਾਅਦ ਹੈ ਜਿਹੜੀ ਲਾਸਟ ਮੀਟਿੰਗ 11 ਗੇੜਾਂ ਦੀ ਹੋਈ ਸੀਗੀ। ਉਸ ਤੋਂ ਬਾਅਦ ਇੰਨੇ ਮਹੀਨਿਆਂ ਬਾਅਦ 7 ਮਹੀਨੇ ਟੋਟਲ ਸੰਘਰਸ਼ ਨੂੰ ਉੱਥੇ ਦਿੱਲੀ ਚੱਲਦੇ ਨੂੰ ਹੋ ਗਏ ਨੇ। ਗੱਲਬਾਤ ਉਸ ਤੋਂ ਬਾਅਦ ਮੁੜ ਸ਼ੁਰੂ ਹੀ ਨਹੀਂ ਹੋਈ। ਤਾਂ ਇਹ ਇੱਕ ਗੱਲ 'ਤੇ ਦਬਾਓ ਪਾਉਣਗੇ ਪੰਜਾਬ ਭਾਜਪਾ ਵਾਲੇ, ਜਿੱਥੋਂ ਤੱਕ ਪਤਾ ਲੱਗਿਆ ਸਾਨੂੰ, ਕਿ ਉਹਨਾਂ ਨੂੰ ਰਸਮੀ ਜਿਹੜੀ ਗੱਲਬਾਤ ਦਾ ਸੱਦਾ ਦਿੱਤਾ ਜਾਵੇ। ਇਹ ਨਹੀਂ ਕਿ ਜਿਸ ਤਰ੍ਹਾਂ ਨਰਿੰਦਰ ਤੋਮਰ ਜੀ ਪਿਛਲੇ ਦਿਨਾਂ ਤੋਂ ਬਿਆਨ ਦੇ ਰਹੇ ਨੇ ਕਿ ਗੱਲਬਾਤ ਮੁੜ ਸ਼ੁਰੂ ਕਰਨੀ ਚਾਹੀਦੀ ਹੈ। ਤਾਂ ਇਹ ਗੱਲ ਜੇ ਅਗਰ ਇਸ ਦੇ ਵਿੱਚ ਟਰੁੱਥ ਹੋਇਆ ਤਾਂ ਜ਼ਰੂਰ ਮੈਨੂੰ ਲੱਗਦਾ ਕਿ ਜਿਹੜਾ ਸਟੇਟ ਤਰਫੋਂ ਇੱਕ ਸੁਨੇਹਾ ਜਾਣਾ ਚਾਹੀਦਾ ਸੀ ਉਹਨਾਂ ਦੀ ਆਪਣੀ ਲੀਡਰਸ਼ਿਪ ਦੀ ਤਰਫੋਂ, ਉਹ ਜ਼ਰੂਰ ਜਾਏਗਾ। ਕਿਉਂਕਿ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦਾ ਕਾਡਰ ਹੈ ਹੇਠਲਾ, ਔਰ ਖਾਸ ਕਰਕੇ ਇਹਨਾਂ ਦੇ ਵਰਕਰ ਹੈ, ਉਹ ਕਾਫੀ ਘੁਟਨ ਮਹਿਸੂਸ ਕਰ ਰਹੇ ਨੇ। ਉਹ ਮਹਿਸੂਸ ਕਰ ਰਹੇ ਨੇ ਕਿ ਸੈਂਟਰ ਦੇ ਵਿੱਚ ਸਾਡੀ ਸਰਕਾਰ ਹੈ ਔਰ ਅਸੀਂ ਆਪਣੇ ਘਰਾਂ ਤੱਕ ਮਹਿਦੂਦ ਹੋ ਗਏ ਹਾਂ। ਸਾਨੂੰ ਘਰਾਂ ਤੋਂ ਜਿਹੜਾ ਨਿਕਲਣਾ ਦੁੱਭਰ ਹੋ ਗਿਆ। ਹਾਲਾਂਕਿ ਕਿਸਾਨ ਭਾਈਚਾਰਾ ਜਿਹੜੀ ਆਪਣੇ ਖੇਤਾਂ ਦੀ ਹੋਂਦ ਦੀ ਲੜਾਈ ਲੜ ਰਿਹਾ ਹੈ, ਉਹ ਵੀ ਆਪਣੇ ਘਰ-ਬਾਰ ਛੱਡ ਕੇ ਜਿਹੜਾ ਦਿੱਲੀ ਬੈਠਾ, ਪਹਿਲਾਂ 2 ਮਹੀਨੇ ਪੰਜਾਬ ਦੀਆਂ ਸੜਕਾਂ 'ਤੇ, ਰੇਲ ਮਾਰਗਾਂ 'ਤੇ ਬੈਠਾ ਰਿਹਾ। ਉਹਨਾਂ ਦੀ ਬਿਪਤਾ ਵੀ ਕੋਈ ਛੋਟੀ ਨਹੀਂ। ਇਸੇ ਕਰਕੇ ਉਹ ਸਿਰ ਜੋੜ ਕੇ ਸਾਰੀਆਂ ਧਿਰਾਂ ਪਹਿਲੀ ਵਾਰ ਇੱਕ ਸ਼ਾਂਤੀਪੂਰਵਕ ਤਰੀਕੇ ਨਾਲ ਸੰਘਰਸ਼ ਦੇ ਵਿੱਚ ਕੁੱਦੀਆਂ ਹੋਈਆਂ ਨੇ। ਜਿੱਥੇ ਆਤਿਸ਼ ਪੰਜਾਬ ਦੇ ਵਿੱਚ ਇਸ ਕਿਸਮ ਦਾ ਮਾਹੌਲ ਹੈ, ਤਾਂ ਆਪਾਂ ਇਹ ਨਹੀਂ ਕਹਿ ਸਕਦੇ ਕਿ ਸੈਂਟਰ ਦੇ ਵਿੱਚ ਵੀ ਸਭ ਠੀਕ ਚੱਲ ਰਿਹਾ ਹੈ। ਤਾਂ ਜਿੱਥੋਂ ਤੱਕ ਪਤਾ ਲੱਗਿਆ ਹੈਗਾ ਕਿ ਸੈਂਟਰ ਦੀ ਜਿਹੜੀ ਭਾਜਪਾ ਹੈ ਉਹਦੇ ਵਿੱਚ ਵੀ ਚੰਗੀ ਤਰ੍ਹਾਂ ਅੰਦਰੋਂ ਅੰਦਰੀ ਖਲਾਰਾ ਪਿਆ ਹੋਇਆ। ਉਹਨਾਂ ਦੇ ਵਿੱਚ ਵੀ ਅੰਦਰੋਂ ਅੰਦਰੀ ਇੱਕ ਗੱਲਬਾਤ ਜਿਹੜੀ ਧੜੇਬੰਦੀ ਹੁੰਦੀ ਹੈ ਜਿਹੜੀ, ਉਹ ਹੌਲੀ ਹੌਲੀ ਬਣਨੀ ਸ਼ੁਰੂ ਹੋ ਗਈ ਹੈ। ਪਿਛਲੇ ਦਿਨਾਂ 'ਚ ਤੁਸੀਂ ਨੋਟਿਸ ਕੀਤੀਆਂ ਹੋਣਗੀਆਂ, ਕੁਝ ਗੱਲਾਂ ਇਸ ਕਿਸਮ ਦੀਆਂ ਹੋਈਆਂ ਨੇ। ਜਿਸ ਤਰ੍ਹਾਂ ਰਾਜਨਾਥ ਸਿੰਘ ਹੋਰਾਂ ਨੇ ਮੁੱਢਲੇ ਪੜਾਅ 'ਤੇ ਕਿਸਾਨਾਂ ਨਾਲ ਆਪਣੀ ਗੱਲਬਾਤ ਤੋਰੀ ਸੀ, ਤਾਂ ਉਹਨਾਂ ਨੇ ਕਿਹਾ ਸੀਗਾ ਕਿ ਆਪਣੀ ਪ੍ਰਧਾਨ ਮੰਤਰੀ ਔਰ ਹੋਮ ਮਿਨਿਸਟਰ ਨੂੰ ਕਿ ਮੈਨੂੰ ਜਿਹੜੇ ਪੂਰੇ ਅਖਤਿਆਰ ਦਿੱਤੇ ਜਾਣ ਕਿਸਾਨਾਂ ਨਾਲ ਗੱਲਬਾਤ ਕਰਨ ਦੇ, ਤਾਂ ਕਿ ਮੈਂ ਆਪਣੇ ਪੱਧਰ 'ਤੇ ਫੈਸਲਾ ਲੈ ਸਕਾਂ। ਕਿਉਂਕਿ ਹੁਣ ਤਾਂ ਜਦੋਂ ਤੋਮਰ ਹੋਰੀ ਜਾਂਦੇ ਨੇ ਜਾਂ ਪਿਊਸ਼ ਗੋਇਲ ਮੀਟਿੰਗ ਕਰਦੇ ਰਹੇ ਪਿਛਲੇ ਟਾਈਮ 'ਚ, ਤਾਂ ਉਹ ਘੜੀ ਮੁੜੀ ਜਿਹੜੀ ਉਹ ਉਹਨਾਂ ਨੂੰ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਨੂੰ ਪੁੱਛਣਾ ਪੈਂਦਾ ਸੀ। ਉਹ ਕਹਿੰਦਾ ਕਿ ਮੈਨੂੰ ਇੰਡੀਪੈਂਡੈਂਟ ਅਥਾਰਟੀ ਦਿੱਤੀ ਜਾਵੇ, ਪਰ ਉਹ ਉਹਨਾਂ ਦੀ ਲੀਡਰਸ਼ਿਪ ਨੇ ਨਹੀਂ ਚਾਹਿਆ ਅਤੇ ਉਹ ਪਿੱਛੇ ਹਟ ਗਏ। ਉਸ ਤੋਂ ਬਾਅਦ ਜਦੋਂ ਬੰਗਾਲ ਦੀਆਂ ਚੋਣਾਂ ਦਾ ਹਜੇ ਨਤੀਜਾ ਪੂਰਾ ਵੀ ਨਹੀਂ ਸੀ ਆਇਆ, ਤਾਂ ਮਮਤਾ ਬੈਨਰਜੀ ਨੂੰ ਸਭ ਤੋਂ ਪਹਿਲਾਂ ਦੱਸਦੇ ਨੇ ਕਿ ਵਧਾਈ ਦੇਣ ਵਾਲਿਆਂ 'ਚ ਰਾਜਨਾਥ ਸਿੰਘ ਸੀ। ਨਰਿੰਦਰ ਮੋਦੀ ਨੇ ਤਾਂ ਬਾਅਦ 'ਚ ਦਿੱਤੀ ਹੋਏਗੀ। ਇਹ ਕੋਈ ਪੋਲੀਟੀਕਲ ਹਲਕਿਆਂ ਦੇ ਵਿੱਚ ਇਹ ਛੋਟੇ ਛੋਟੇ ਇੰਡੀਕੇਸ਼ਨ ਹੁੰਦੇ ਨੇ ਜਿਨ੍ਹਾਂ ਤੋਂ ਤੁਸੀਂ ਗੈਸ ਕਰ ਸਕਦੇ ਹੋ ਕਿ ਕੀ ਚੱਲ ਕੀ ਰਿਹਾ ਹੈਗਾ। ਹੁਣ ਤੁਹਾਨੂੰ ਕੀ ਲੱਗਦਾ ਕਿ ਮੇਘਾਲਿਆ ਦੇ ਜਿਹੜੇ ਗਵਰਨਰ ਹੈ ਸਤਪਾਲ ਮਲਿਕ, ਉਹ ਰੂਟੀਨ 'ਚ ਬੋਲ ਪਏ ਕਿ ਰੂਟੀਨ 'ਚ ਹੀ ਉਹਨਾਂ ਨੇ ਆਪਣੀ ਸਟੇਟਮੈਂਟ ਹੈ ਜਿਹੜੀ ਜਾਰੀ ਕਰ ਦਿੱਤੀ? ਉਹਦੇ ਪਿੱਛੇ ਵੀ ਕੋਈ ਨਾ ਕੋਈ ਖਿਚੜੀ ਜ਼ਰੂਰ ਪੱਕੀ ਹੋਏਗੀ। ਪ੍ਰਧਾਨ ਮੰਤਰੀ ਦੀ ਨਰਿੰਦਰ ਮੋਦੀ ਦੀ ਜਿਹੜੀ ਪਰਸਨੈਲਿਟੀ ਸੀ, ਉਹਨੂੰ ਅੱਜ ਤੱਕ ਕਿਤੇ ਚੈਲੰਜ ਨਹੀਂ ਸੀ ਹੋਇਆ। ਪਹਿਲੀ ਵਾਰ ਜਿਹੜੀ ਕਿਸਾਨਾਂ ਨੇ ਉਹਨਾਂ ਨੂੰ ਚੈਲੰਜ ਕੀਤਾ, ਉਹਨਾਂ ਨੂੰ ਟੇਬਲ ਟਾਕ 'ਤੇ ਆਉਣਾ ਪਿਆ। ਨਹੀਂ, ਹੁਣ ਤੱਕ ਤਾਂ ਉਹਨਾਂ ਨੇ ਕਦੇ ਸੰਵਾਦ ਹੈ ਜਿਹੜਾ ਰਚਾਇਆ ਨਹੀਂ ਸੀ। ਏਡੇ ਵੱਡੇ
ਫੈਸਲੇ ਉਹਨਾਂ ਨੇ ਲਏ ਸੀ, ਜੀ ਕਿਤੇ ਗੱਲਬਾਤ ਕਰਨ ਦੀ ਲੋੜ ਨਹੀਂ ਸਮਝੀ ਸੀ। ਇਹ ਵੀ ਆਪਣੇ ਆਪ 'ਚ ਇੱਕ ਵੱਡੀ ਚੁਣੌਤੀ ਹੈ। ਦੂਸਰਾ, ਇਸ ਤਰ੍ਹਾਂ ਆਗੂਆਂ ਦਾ ਬੋਲੇ ਜਾਣਾ। ਜੀ ਬੰਗਾਲ ਦੇ ਵਿੱਚ ਏਡੀ ਵੱਡੀ ਹਾਰ ਪਾਰਟੀ ਦੀ ਹੋ ਜਾਣੀ, ਜਿੱਥੇ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਜੰਗ ਹੈ ਜਿਹੜੀ ਜਿੱਤ ਕੇ ਮੁੜਾਂਗੇ, ਜੀ ਅਤੇ ਉਹਨੂੰ ਲੱਗਦਾ ਸੀ ਕਿ ਕਿਸਾਨ ਮੋਰਚਾ ਵੀ ਅਸੀਂ ਨਾਲ ਦੀ ਨਾਲ ਖਤਮ ਕਰ ਦੇਵਾਂਗੇ। ਕਿੱਥੇ ਹੁਣ ਨਵੀਆਂ ਚੁਣੌਤੀਆਂ ਯੂਪੀ, ਉੱਤਰਾਖੰਡ ਅਤੇ ਪੰਜਾਬ ਦੀਆਂ ਖੜੀਆਂ ਹੋ ਗਈਆਂ ਉਹਨਾਂ ਸਾਹਮਣੇ, ਜੀ ਖਾਸ ਕਰਕੇ ਯੂਪੀ ਦੇ ਵਿੱਚ ਤੁਹਾਨੂੰ ਪਤਾ ਹੈ ਕਿ ਪ੍ਰਧਾਨ ਮੰਤਰੀ ਚਾਹੁੰਦੇ ਸੀ ਕਿ ਉਹਨਾਂ ਜਿਹੜਾ ਖਾਸਮ ਖਾਸ ਹੈ ਅਰਵਿੰਦ ਸ਼ਰਮਾ, ਉਹਨਾਂ ਨੂੰ ਕਿਹਾ ਸੀ ਕਿ ਇਹਦੀ ਜਿਹੜੀ ਪੋਲੀਟੀਕਲ ਐਡਜਸਟਮੈਂਟ ਹੈ ਉਹ ਕੀਤੀ ਜਾਵੇ, ਬਿਲਕੁਲ ਪਰ ਉੱਥੋਂ ਯੂਪੀ ਦਾ ਜਿਹੜਾ ਚੀਫ ਮਿਨਿਸਟਰ ਹੈ ਨਿਤਿਆਨਾਥ ਯੋਗੀ, ਉਹਨੇ ਉਸ ਗੱਲ ਨੂੰ ਅਣਗੌਲਿਆ ਕਰਤਾ। ਇਸ ਨੂੰ ਕਿਵੇਂ ਲਿਆ ਜਾਵੇ? ਜੀ ਇਹ ਸਾਰੇ ਟੁਕੜੇ ਨੇ ਜਿਹੜੇ ਜੁੜਦੇ ਨੇ ਇੱਕ ਦੂਸਰੇ ਨਾਲ, ਕੜੀਆਂ ਨੇ, ਜਿਸ ਤੋਂ ਲੱਗਦਾ ਕਿ ਜਿੱਥੇ ਸੈਂਟਰ ਦੀ ਲੀਡਰਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਅੰਦਰੂਨੀ ਵਿਰੋਧ ਹੈ ਜਿਹੜੇ ਉਹ ਖੜੇ ਹੋਏ ਨੇ। ਉਹ ਲੱਗਦਾ ਕਿ ਆਉਣ ਵਾਲੇ ਟਾਈਮ 'ਚ ਹੋ ਸਕਦਾ ਕਿ ਯੂਪੀ ਦੀ ਜਿਵੇਂ ਇਲੈਕਸ਼ਨ ਆਉਣੀ ਹੈ, ਜੀ ਇਹਦੀ ਵੇਟ ਕਰ ਰਹੇ ਹੁਣ, ਅੰਦਰੋਂ ਅੰਦਰੀ ਇੱਕ ਜਿਹੜੀ ਕੰਧ ਹੈ ਉਹ ਉਸਰ ਰਹੀ ਹੈ, ਅਤੇ ਆਉਣ ਵਾਲੇ ਦਿਨਾਂ 'ਚ ਸਾਡੇ ਸਾਹਮਣੇ ਆ ਜਾਏਗਾ ਜਦੋਂ ਯੂਪੀ ਦੀਆਂ ਚੋਣਾਂ ਹੋਣਗੀਆਂ, ਪੰਜਾਬ ਦੀਆਂ ਚੋਣਾਂ ਹੋਣਗੀਆਂ, ਜਾਂ ਪੰਜਾਬ ਦੀ ਜਿਹੜੀ ਲੀਡਰਸ਼ਿਪ ਹੈ ਭਾਜਪਾ ਦੀ, ਉਹਨੇ ਜਿਸ ਕਿਸਮ ਦਾ ਹੁਣ ਪੈਂਤੜਾ ਲਿਆ ਹੈ, ਚਾਹੇ ਉਹ ਅਨਿਲ ਜੋਸ਼ੀ ਨੂੰ ਕੱਢ ਕੇ ਇੱਕ ਬਗਾਵਤ ਨੂੰ ਦਬਾਉਣ ਵਾਲਾ ਪਾਸੇ ਕਦਮ ਉਠਾਇਆ, ਚਾਹੇ ਉਹਨਾਂ ਨੇ ਇਹ ਸੋਚਿਆ ਕਿ ਅਸੀਂ ਸੈਂਟਰ ਦੀ ਲੀਡਰਸ਼ਿਪ 'ਤੇ ਜ਼ੋਰ ਪਾਈਏ ਕਿ ਡੈਡਲੌਕ ਨੂੰ ਤੋੜਿਆ ਜਾਵੇ। ਜੀ ਚਰਨਜੀਤ ਜੀ, ਪੰਜਾਬ ਵਿਧਾਨ ਸਭਾ ਦੀ ਚੋਣਾਂ ਨੂੰ ਬਹੁਤ ਥੋੜ੍ਹਾ ਸਮਾਂ ਰਹਿ ਗਿਆ, ਅਤੇ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਭਾਜਪਾ ਆਗੂਆਂ ਨੂੰ ਘਰੋਂ ਬਾਹਰ ਨਿਕਲਣਾ ਹੀ ਬੜਾ ਮੁਸ਼ਕਿਲ ਹੋ ਰਿਹਾ, ਥਾਂ ਥਾਂ 'ਤੇ ਉਹਨਾਂ ਦੇ ਵਿਰੋਧ ਹੋ ਰਹੇ ਨੇ, ਅਤੇ ਇਸੇ ਨੂੰ ਦੇਖਦੇ ਭਾਜਪਾ ਆਗੂ ਵੀ ਕਿਤੇ ਕਹਿ ਰਹੇ ਨੇ ਵੀ ਕਿਆ ਉਹਨਾਂ ਦਾ ਜਿਹੜਾ ਹੈਗਾ ਪੰਜਾਬ ਦੇ ਵਿੱਚ ਜਿਉਣਾ ਹੀ ਦੁੱਬਰ ਹੋਇਆ ਅਤੇ ਕੇਂਦਰ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਤਿਆਰ ਨਹੀਂ ਹੈ। ਉਸਨੇ ਆਪਣੀ ਚੁੱਪੀ ਜਿਹੜੀ ਹੈਗੀ ਕਿਸਾਨੀ ਦੇ ਮਸਲੇ 'ਤੇ ਪੂਰੀ ਉਵੇਂ ਅੜੀਅਲ ਰਵੱਈਆ ਅਖਤਿਆਰ ਕੀਤਾ ਹੋਇਆ। ਤੁਸੀਂ ਸਾਰੇ ਜੋ ਵੀ ਹਾਲਾਤ ਚੱਲ ਰਹੇ ਨੇ ਉਸ ਨੂੰ ਕਿਵੇਂ ਦੇਖੋਗੇ? ਦੇਖੋ, ਇਸ ਦੇ ਵਿੱਚ ਆਤਿਸ਼ ਸਭ ਤੋਂ ਜ਼ਿਆਦਾ ਜੇ ਪਿਸ ਰਿਹਾ ਹੈ, ਨੰਬਰ 1 'ਤੇ ਤਾਂ ਇਹ ਹੈਗਾ ਕਿ ਸਾਡੇ ਕਿਸਾਨ ਜਿਹੜੇ ਇਸ ਘੋਲ ਦੇ ਵਿੱਚ ਘਰ-ਬਾਰ ਛੱਡ ਕੇ ਸੜਕਾਂ 'ਤੇ ਬੈਠੇ ਨੇ, ਜੀ ਠੀਕ ਹੈ, ਆਪਣੀਆਂ ਖੁਸ਼ੀਆਂ ਗਮੀਆਂ ਜਿਹੜੀਆਂ ਉਹਨਾਂ ਨੂੰ ਛੱਡਿਆ, ਬਹੁਤ ਕੁਝ ਸੈਕਰੀਫਾਈ ਕੀਤਾ ਫਾਰਮਰ ਕਮਿਊਨਿਟੀ ਨੇ। ਉਹਦੇ ਨਾਲ ਹੋਰ ਭਾਈਚਾਰੇ, ਦਲਿਤ ਭਾਈਚਾਰਾ ਹੈ ਜਾਂ ਸ਼ਹਿਰੀ ਭਾਈਚਾਰਾ ਹੈ, ਉਹਨਾਂ ਨੇ ਬਹੁਤ ਕੋਆਪਰੇਟ ਕੀਤਾ ਟਾਈਮ ਟੂ ਟਾਈਮ, ਜਿਵੇਂ ਆੜ੍ਹਤੀਆਂ ਨੇ, ਸ਼ੈਲਰਾਂ ਵਾਲਿਆਂ ਨੇ, ਸਾਡਾ ਜਿਹੜਾ ਮੁਲਾਜ਼ਮ ਵਰਗ ਹੈ ਜਾਂ ਬੇਰੁਜ਼ਗਾਰ ਧਿਰਾਂ ਹੈਗੀਆਂ, ਇਹਨਾਂ ਨੇ ਵੀ ਕੰਟਰੀਬਿਊਟ ਹੈ। ਔਰਤਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਰਹੀ ਹੈ। ਉੱਥੇ ਨਾਲ ਹੀ ਇਹਨਾਂ ਦੀ ਭਾਜਪਾ ਦੇ ਜਿਹੜੇ ਹੇਠਲਾ ਕਾਡਰ ਹੈਗਾ, ਇਹਨਾਂ ਦੇ ਵਰਕਰ ਹੈ ਜਾਂ ਇਹਨਾਂ ਦੇ ਲੀਡਰ ਹੈ ਹੇਠਲੇ ਜ਼ਿਲ੍ਹਾ ਪੱਧਰ ਦੇ, ਤਹਿਸੀਲ ਪੱਧਰ ਦੇ, ਉਹ ਵੀ ਓਨੇ ਹੀ ਭੁਗਤ ਰਹੇ ਨੇ, ਕਿਉਂਕਿ ਉਹ ਤਾਂ ਆਪਣੇ ਘਰਾਂ ਦੇ ਵਿੱਚ ਇੱਕ ਤਰ੍ਹਾਂ ਦਾ ਕੈਦ ਹੋ ਕੇ ਰਹਿ ਗਏ ਨੇ। ਬਿਲਕੁਲ। ਸੋ ਸਮਾਜ ਦੇ ਵਿੱਚ ਉਹ ਨਹੀਂ ਵਿਚਰ ਸਕਦੇ, ਆਂਢ ਗੁਆਂਢ ਉਹ ਨਹੀਂ ਜਾ ਸਕਦੇ। ਪੰਜਾਬ ਦੇ ਵਿੱਚ ਜਿਹੜੇ ਭਾਜਪਾ ਆਗੂ ਉਹਨਾਂ ਦੇ ਘਰਾਂ ਅੱਗੇ ਧਰਨੇ ਲੱਗੇ ਹੋਏ ਨੇ। ਇਹ ਠੀਕ ਹੈ ਕਿ ਉਹ ਆਪਣੇ ਘਰਾਂ 'ਚ ਕੈਦ ਨੇ, ਤਾਂ ਕਿਸਾਨ ਵੀ ਸੁਖੀ ਨਹੀਂ। ਜਿਹੜੇ ਲੋਕ ਉਹਨਾਂ ਦੇ ਚਾਰ ਦੀਵਾਰੀ ਦੇ ਅੱਗੇ ਬੈਠੇ ਨੇ, ਉਹ ਵੀ ਤਾਂ ਆਪਦੇ ਘਰ-ਬਾਰ ਛੱਡ ਕੇ ਆਏ ਨੇ, ਉਹ ਤਾਂ ਸੜਕ 'ਤੇ ਬੈਠੇ ਨੇ, ਉਹ ਤਾਂ ਫੇਰ ਅੰਦਰ ਨੇ। ਇਸ ਕਿਸਮ ਦੇ ਮਾਹੌਲ ਦੇ ਵਿੱਚ ਜਿੱਥੇ ਪ੍ਰਧਾਨ ਮੰਤਰੀ ਕਾਰਪੋਰੇਟਸ ਦੇ ਹਿੱਤਾਂ ਨੂੰ ਵਾਚ ਕਰ ਰਹੀ ਹੈ, ਉਹ 'ਤੇ ਪਹਿਰਾ ਦੇ ਰਹੀ ਹੈ, ਔਰ ਕਿਸਾਨਾਂ ਦੇ ਹਿੱਤਾਂ ਨੂੰ ਇਗਨੋਰ ਕਰ ਰਹੀ ਹੈ, ਉੱਥੇ ਸੈਂਟਰ ਦੀ ਜਿਹੜੀ ਸਰਕਾਰ ਹੈ ਉਹ ਆਪਣੇ ਪਾਰਟੀ ਦੀ ਜਿਹੜੀ ਲੀਡਰਸ਼ਿਪ ਹੈ ਪੰਜਾਬ ਵਾਲੀ ਜਾਂ ਹਰਿਆਣੇ ਵਾਲੀ, ਉਹਨਾਂ ਦੇ ਇੰਟਰਸਟ ਵੀ ਵਾਚ ਨਹੀਂ ਕਰ ਰਹੀ, ਉਹਨਾਂ ਨੂੰ ਵੀ ਇਗਨੋਰ ਕਰ ਰਹੀ ਹੈ। ਕਿਉਂਕਿ ਹੇਠਲੇ ਕਾਡਰ ਨੂੰ ਤਾਂ ਆਤਿਸ਼ ਇਹ ਹੈ ਕਿ ਕਿ ਜਿਨ੍ਹਾਂ ਲੋਕਾਂ ਨੇ ਉਸੇ ਭਾਈਚਾਰੇ ਦੇ ਵਿੱਚ ਰਹਿਣੀ ਹੈ, ਉਸੇ ਹਲਕਿਆਂ ਤੋਂ, ਉਹਨਾਂ ਸ਼ਹਿਰਾਂ ਤੋਂ ਚੋਣ ਲੜਨ ਦੀਆਂ ਉਮੀਦਾਂ ਬਣਾਈਆਂ ਨੇ, ਆਸਾਂ ਲਾਈਆਂ ਹੋਈਆਂ ਨੇ, ਉਹਨਾਂ ਨੇ ਕੀ ਲੈਣਾ? ਅਬਾਨੀਆਂ, ਅਡਾਨੀ ਜਾਂ ਕੋਈ ਵੀ ਕਾਰਪੋਰੇਟ ਹੋਵੇ, ਉਹਨਾਂ ਨੂੰ ਕੋਈ ਸਰੋਕਾਰ ਨਹੀਂ। ਉਹਨਾਂ ਨੂੰ ਤਾਂ ਇਹ ਲੱਗਦਾ ਕਿ ਅਸੀਂ ਆਪਣੇ ਭਾਈਚਾਰੇ 'ਚ ਕਿਵੇਂ ਰਹਿ ਸਕਦੇ ਹਾਂ। ਜੇ ਉਹਨਾਂ ਨੂੰ ਆਪਣੀ ਪੋਲੀਟੀਕਲ ਹੋਣੀ ਇਹਨਾਂ ਦਿਨਾਂ ਦੇ ਵਿੱਚ, ਇਹਨਾਂ ਟਾਈਮਾਂ ਦੇ ਵਿੱਚ, ਜਦੋਂ ਕਿ ਚੋਣਾਂ ਦੇ ਵਿੱਚ, ਪੰਜਾਬ ਦੀਆਂ ਚੋਣਾਂ 'ਚ ਬਹੁਤਾ ਟਾਈਮ ਨਹੀਂ ਰਹਿ ਗਿਆ, ਬਿਲਕੁਲ ਹਰ ਕਿਸੇ ਦੀ ਇੱਛਾ ਤਾਂ ਹੁੰਦੀ ਹੈ ਕਿ ਮੈਂ MLA ਬਣਾ, MP ਬਣਾ। ਜੇ ਉਹਨੂੰ ਲੱਗਦਾ ਕਿ ਸਾਨੂੰ ਸਿਕਿਉਰਿਟੀ ਦੇ ਨਾਲ ਨਿਕਲਣਾ ਪੈ ਰਿਹਾ ਹੈ, ਕੰਪੇਨਿੰਗ ਹੀ ਨਹੀਂ ਕਰਨ ਦਿੱਤੀ ਜਾ ਰਹੀ, ਤਾਂ ਉਹ ਵੀ ਇਸ ਕਿਸਮ ਦੀ ਜਿਹੜੀ ਆਪਣੀ ਫੀਡਬੈਕ ਹੈ ਉੱਪਰ ਦੇ ਰਹੇ ਨੇ। ਬਹੁਤ ਤਰ੍ਹਾਂ ਭੁਗਤ ਰਹੇ ਨੇ। ਬਹੁਤ ਸਾਰੇ ਆਗੂਆਂ ਨਾਲ ਭਾਜਪਾ ਦਾ ਨਾਲ ਮੇਰੀ ਗੱਲ ਵੀ ਹੋਈ ਹੈ ਕਿ ਦੱਸ ਰਹੇ ਨੇ ਕਿ ਭਾਈਚਾਰਕ ਤੌਰ 'ਤੇ ਅਸੀਂ ਬੜੇ ਟੁੱਟ ਗਏ ਹੈਗੇ ਹਾਂ, ਆਰਥਿਕ ਤੌਰ 'ਤੇ ਬੜੇ ਸਾਨੂੰ ਸੱਟ ਵੱਜੀ ਹੈਗੀ ਹੈ, ਸੋਸ਼ਲੀ ਸੱਟ ਲੱਗੀ ਹੈ, ਖੁਸ਼ੀ ਗਮੀ ਦੇ ਪ੍ਰੋਗਰਾਮਾਂ 'ਚ ਜਾ ਨਹੀਂ ਸਕਦੇ, ਕੋਈ ਫੈਸਟੀਵਲ ਉਹ ਮਨਾ ਨਹੀਂ ਸਕਦੇ। ਇਹ ਠੀਕ ਹੈ ਕਿ ਉਸ ਤੋਂ ਵੱਡਾ ਦੁੱਖ ਤਾਂ ਕਿਸਾਨਾਂ ਨੂੰ ਹੈਗਾ, ਪਰ ਇਹ ਗੱਲਾਂ ਅਸੀਂ ਤਾਂ ਕਰ ਰਹੇ ਹਾਂ ਕਿ ਉਹਨਾਂ ਦੀ ਜਿਹੜੀ ਸੈਂਟਰ ਦੀ ਲੀਡਰਸ਼ਿਪ ਇਹ ਗੱਲਾਂ ਨਹੀਂ ਸਮਝ ਰਹੀ ਕਿ ਕਰ ਉਹ ਰਹੇ ਨੇ, ਭੁਗਤਣਾ ਹੇਠਲੇ ਉਹਨਾਂ ਦੇ ਕਾਡਰ ਨੂੰ ਵੀ ਪੈ ਰਿਹਾ ਹੈ, ਉਹਨੇ ਹੀ ਉਹਨਾਂ ਨੂੰ ਭੁਗਤਣਾ ਪੈ ਰਿਹਾ ਹੈਗਾ। ਇੱਕ ਨੇਤਾ ਨਾਲ ਮੇਰੀ ਗੱਲ ਹੋਈ ਭਾਜਪਾ ਦੇ ਨਾਲ,
ਉਹ ਦੱਸ ਰਿਹਾ ਸੀ ਕਿ ਬਹੁਤ ਸਾਰੇ ਸਾਡੇ ਜਿਹੜੇ ਆਗੂ ਨੇ ਉਹ ਡਿਪਰੈਸ਼ਨ 'ਚ ਚਲੇ ਗਏ ਨੇ, ਉਹ ਡਾਕਟਰਾਂ ਕੋਲੋਂ ਦਵਾਈਆਂ ਲੈ ਰਹੇ ਨੇ, ਤਣਾਅ 'ਚ ਨੇ, ਬਹੁਤੇ ਰੋਣਾ ਸ਼ੁਰੂ ਕਰ ਦਿੰਦੇ ਨੇ। ਉਹਨਾਂ ਦੀਆਂ ਔਰਤਾਂ ਦਾ ਕੀ ਹਾਲ ਹੈ, ਉਹਨਾਂ ਦੇ ਬੱਚਿਆਂ ਦਾ ਕੀ ਹਾਲ ਹੈ। ਉਹਨਾਂ ਜਿਹੜੇ ਕਾਰੋਬਾਰ ਜਿਨ੍ਹਾਂ ਲੋਕਾਂ ਨਾਲ ਡਾਇਰੈਕਟਲੀ ਜੁੜੇ ਹੋਏ ਸੀ, ਪੋਲੀਟੀਕਲੀ ਬਹੁਤ ਹਿੱਟ ਹੋਏ ਨੇ। ਦੇਖੋ ਪੰਜਾਬ ਦੇ ਵਿੱਚ ਭਾਜਪਾ ਦਾ ਕੋਈ ਉਧਾਰ ਨਹੀਂ ਰਿਹਾ, ਹਰਿਆਣਾ 'ਚ ਕੋਈ ਕਿਸੇ ਕਿਸਮ ਦਾ ਕੋਈ ਉਧਾਰ ਨਹੀਂ ਰਿਹਾ। ਮੈਂ ਤੁਹਾਨੂੰ ਮਿਸਾਲ ਦੇ ਤੌਰ 'ਤੇ ਗੱਲ ਕਰਾਂ, ਬਠਿੰਡਾ ਦੇ ਵਿੱਚ ਜਦੋਂ ਅੱਤਵਾਦ ਦਾ ਟਾਈਮ ਸੀਗਾ, 92 ਦੀਆਂ ਗੱਲਾਂ ਨੇ, ਉਹਨਾਂ ਟਾਈਮਾਂ ਦੇ ਵਿੱਚ ਵੀ ਉੱਥੋਂ ਭਾਜਪਾ ਨੂੰ ਬਠਿੰਡਾ ਸ਼ਹਿਰ 'ਚ 5000 ਤੋਂ ਜ਼ਿਆਦਾ ਵੋਟ ਪਈ ਸੀ। ਪਰ ਜਦੋਂ ਹੁਣ ਮਿਊਨਿਸਪਲ ਕਮੇਟੀ ਦੀਆਂ ਚੋਣਾਂ ਹੋਈਆਂ, ਹੁਣ 5000 ਤੋਂ ਹੀ ਵੋਟ ਘਟ ਗਈ ਹੈ। ਇਹਦਾ ਮਤਲਬ ਕਿ ਹਾਲਾਤ ਇੰਨੇ ਬਦਤਰ ਹੋ ਗਏ ਨੇ ਉਹਨਾਂ ਦੀ ਪਾਰਟੀ ਲਈ, ਕਿਉਂਕਿ ਉਹਨਾਂ ਦੀ ਪਾਰਟੀ ਦੀ ਜਿਹੜੀ ਵੱਡੇ ਲੀਡਰਾਂ ਨੇ, ਉਹਨਾਂ ਦੀ ਸੈਂਟਰ ਸਰਕਾਰ ਨੇ ਜਿਹੜੇ ਸਟੈਪ ਚੁੱਕੇ ਨੇ, ਉਹਦਾ ਫਿਰ ਖਮਿਆਜ਼ਾ ਤਾਂ ਉਹਨਾਂ ਨੂੰ ਵੀ ਭੁਗਤਣਾ ਪੈ ਰਿਹਾ ਅਤੇ ਕਿਸਾਨਾਂ ਨੂੰ ਵੀ ਭੁਗਤਣਾ ਪੈ ਰਿਹਾ। ਇਸ ਤਰ੍ਹਾਂ ਜਿਵੇਂ ਸ਼ੈਲਰ ਜਿਨ੍ਹਾਂ ਨਾਲ ਨੇੜਿਓਂ ਜੁੜੇ ਹੋਏ ਨੇ, ਬਹੁਤੇ ਭਾਜਪਾ ਵਾਲਿਆਂ ਦੇ ਸ਼ਹਿਰੀ ਕਾਰੋਬਾਰ ਨੇ, ਆੜਤੀਏ ਨੇ, ਇਸ ਤਰ੍ਹਾਂ ਹੀ ਤੁਹਾਡੇ ਜਿਹੜੇ ਹੈਗੇ ਨੇ ਸ਼ੈਲਰਾਂ ਦੇ ਵਿੱਚ ਚਲਾਉਂਦੇ ਨੇ, ਜਿਹੜੇ ਖੇਤੀ ਨਾਲ ਜੁੜੇ ਹੋਏ ਕਾਰੋਬਾਰ ਹੈ, ਪੈਸਟੀਸਾਈਡ ਦੀਆਂ ਜਿਹੜੀਆਂ ਦਵਾਈਆਂ ਵੇਚਦੇ ਨੇ, ਇਹ ਕਾਰੋਬਾਰੀ ਲੋਕ ਨੇ, ਤਾਂ ਉਹਨਾਂ ਨੂੰ ਵੀ ਟੁੱਟ ਰਹੇ ਨੇ। ਥੋੜ੍ਹੇ ਚੇਤੇ ਹੋਏਗਾ ਕਿ ਜਦੋਂ ਇਨਕਮ ਟੈਕਸ ਨੇ ਜਿਹੜੇ ਛਾਪੇ ਮਾਰੇ ਸੀਗੇ ਆੜਤੀਆਂ 'ਤੇ, ਉਹਨਾਂ ਨੂੰ ਗਿਲਾ ਹੈ। ਇਸ ਤਰ੍ਹਾਂ ਸ਼ੈਲਰ ਮਾਲਕਾਂ ਨੂੰ ਫੋਰਟੀਫਾਈਡ ਰਾਈਸ ਹੈ ਜਿਹੜਾ, ਉਹਦੀਆਂ ਕੰਡੀਸ਼ਨਾਂ ਲਾ ਦਿੱਤੀਆਂ ਸੀ, ਜਾਂ ਹੁਣ ਪਿੱਛੇ ਛਾਪਾਮਾਰੀ ਕਰਕੇ ਇੰਸਪੈਕਸ਼ਨਾਂ ਕੀਤੀਆਂ ਸੀ। ਤਾਂ ਜਿਹੜੇ ਜਿੱਥੇ ਉਹਨਾਂ ਦਾ ਆਧਾਰ ਹੈ, ਮੇਨ ਹੋਲਡ ਸੀ, ਉਹਨਾਂ ਨੂੰ ਹੀ ਸੈਂਟਰ ਜਿਹੜਾ ਸੱਟ ਲਾ ਰਿਹਾ। ਉਹ ਕਹਿੰਦੇ ਕਿ ਇਕੱਲਾ ਇਹ ਕਿਸਾਨਾਂ ਨੂੰ ਨਹੀਂ ਖੋਖਲਾ ਕਰ ਰਿਹਾ, ਨਾਲ ਨਾਲ ਸਾਡੀਆਂ ਵੀ ਜੜ੍ਹਾਂ ਜਿਹੜੀਆਂ ਵੱਡੀਆਂ ਜਾ ਰਹੀਆਂ ਨੇ। ਤਾਂ ਇਹੀ ਵਜ੍ਹਾ ਹੈ ਆਤਿਸ਼ ਕਿ ਉਹ ਲੋਕ ਵੀ ਦੁਖੀ ਨੇ ਅੰਦਰੋਂ। ਕਿਸਾਨ ਤਾਂ ਬੋਲ ਰਹੇ ਨੇ, ਕਿਸਾਨਾਂ ਨੂੰ ਪਤਾ ਹੈ, ਕਿ ਸਾਡੇ ਖੇਤ ਹੈ ਜਿਹੜੇ ਉਹ ਖਤਰੇ 'ਚ ਨੇ, ਉਹ ਲੜ ਰਹੇ ਆ। ਇਹਨਾਂ ਨੂੰ ਲੱਗਦਾ ਕਿ ਸਾਡਾ ਸਾਰਾ ਕੁਝ ਖਤਰੇ 'ਚ ਪਾਤਾ ਸਾਡੇ ਵੱਡੇ ਲੀਡਰਾਂ ਨੇ। ਸੋ ਇਸ ਕਿਸਮ ਦੇ ਮਾਹੌਲ ਦੇ ਵਿੱਚ ਇਹਨਾਂ ਲੋਕਾਂ ਨੂੰ ਜਿੱਥੇ ਪੋਲੀਟੀਕਲ ਸੱਟ ਲੱਗੀ ਹੈਗੀ ਹੈ ਭਾਜਪਾ ਨੂੰ, ਜਾਂ ਸੋਸ਼ਲੀ ਹਿੱਟ ਹੋਏ ਨੇ, ਜਾਂ ਉਹਨਾਂ ਦੀ ਆਪਣੇ ਕਾਰੋਬਾਰ ਵੀ ਉਹਨਾਂ ਦੇ ਹਿੱਟ ਹੋਏ ਨੇ, ਤਾਂ ਕਿਸਾਨ ਤਾਂ ਕਿਤੇ ਵੱਧ ਹਿੱਟ ਹੋਏ ਨੇ। ਇਹ ਗੱਲ ਸਾਡੀ ਜਿਹੜੀ ਪ੍ਰਧਾਨ ਮੰਤਰੀ ਔਰ ਸਾਡੇ ਗ੍ਰਹਿ ਮੰਤਰੀ ਨੂੰ ਸਮਝ ਲੈਣੀ ਚਾਹੀਦੀ। ਚਰਨਜੀਤ ਜੀ, ਹੁਣ ਵੱਡਾ ਸਵਾਲ ਇਹ ਆਉਂਦਾ ਹੈ ਵੀ ਕਿ ਸੰਸਦ ਦਾ ਮੌਨਸੂਨ ਸੈਸ਼ਨ ਸ਼ੁਰੂ ਹੋਣ ਵਾਲਾ ਹੈ ਅਤੇ ਕਿਸਾਨ ਜਥੇਬੰਦੀਆਂ ਵੱਲੋਂ ਐਲਾਨ ਕੀਤਾ ਗਿਆ ਵੀ ਕਿ ਉਹ ਸੰਸਦ ਵੱਲ ਰੋਸ ਮਾਰਚ ਕਰਨਗੇ, ਉੱਥੇ ਬਾਹਰ ਜਿਹੜਾ ਹੈਗਾ ਸੰਸਦ ਦੇ ਪ੍ਰੋਟੈਸਟ ਕਰਨਗੇ, ਅਤੇ ਉਸ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਵੱਲੋਂ ਕਿਸ ਤਰ੍ਹਾਂ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ? ਦੇਖੋ, ਸੈਸ਼ਨ ਤਾਂ ਮੈਨੂੰ ਲੱਗਦਾ ਸ਼ਾਇਦ 18 ਨੂੰ ਜਾਂ 19 ਨੂੰ ਸਟਾਰਟ ਹੋ ਰਿਹਾ ਮੌਨਸੂਨ ਸੈਸ਼ਨ ਪਾਰਲੀਮੈਂਟ ਦਾ। ਬਿਲਕੁਲ। ਅਤੇ ਸੰਯੁਕਤ ਕਿਸਾਨ ਮੋਰਚੇ ਨੇ ਪ੍ਰੋਗਰਾਮ ਜਿਹੜਾ ਦਿੱਤਾ ਹੈਗਾ, ਉਹ ਦਿੱਤਾ 22 ਤਰੀਕ ਤੋਂ ਸ਼ਾਇਦ, ਕਿ 22 ਤਰੀਕ ਤੋਂ ਅਸੀਂ ਪਾਰਲੀਮੈਂਟ ਵੱਲ ਮਾਰਚ ਕਰਾਂਗੇ, ਔਰ ਸਾਰੀਆਂ ਧਿਰਾਂ ਦੇ ਜਿਹੜੇ 5-5 ਬੰਦੇ ਲੈ ਕੇ, ਕਿਸਾਨ ਧਿਰਾਂ ਦੇ ਤਕਰੀਬਨ 200-250 ਬੰਦਾ ਡੇਲੀ ਹੋਇਆ ਕਰੇਗਾ। ਔਰ ਇਹ ਬਿਲਕੁਲ ਪੀਸਫੁਲੀ ਹੋਏਗਾ, ਹਰ ਬੰਦਾ ਆਇਡੈਂਟੀਫਾਈ ਹੋਏਗਾ। ਜਿਹੜਾ 200 ਬੰਦਾ ਜਾਏਗਾ ਉਹਦੀ ਇੱਕ ਬਕਾਇਦਾ ਲਿਸਟ ਬਣੇਗੀ, ਉਹਦੇ ਨਾਲ ਰਿਸਪੌਂਸੀਬਲ ਬੰਦੇ ਜਾਣਗੇ ਜਿਹੜੇ ਲੀਡ ਕਰਨਗੇ। ਤਾਂ ਉਹਦੇ ਬਾਰੇ ਜਿਹੜੇ ਡਿਟੇਲਡ ਪ੍ਰੋਗਰਾਮ ਬਣਨਾ ਹੈ, ਉਹ ਸੰਯੁਕਤ ਕਿਸਾਨ ਮੋਰਚਾ ਨੇ ਜਿਹੜੀ 14 ਤਰੀਕ ਨੂੰ ਮੀਟਿੰਗ ਹੈ ਜਿਹੜੀ ਕਾਲ ਕੀਤੀ ਹੈ, ਉਹਦੇ ਵਿੱਚ ਸਾਰੀਆਂ ਗੱਲਾਂ ਇਹ ਤੈਅ ਹੋਣੀਆਂ ਨੇ। ਇਸੇ ਦੌਰਾਨ ਹੀ ਜਿਹੜਾ ਨਰਿੰਦਰ ਤੋਮਰ ਸਾਡੇ ਐਗਰੀਕਲਚਰ ਮਿਨਿਸਟਰ ਹੈ, ਉਹਨਾਂ ਦੇ ਵੀ ਉੱਪਰੋਂ ਥੱਲੇ ਬਿਆਨ ਹੈ ਜਿਹੜੇ ਉਹ ਆ ਰਹੇ ਨੇ, ਚਾਹੇ ਉਹ ਬਿਨਾਂ ਸ਼ਰਤ ਦੀ ਗੱਲ ਕਰ ਰਹੇ ਨੇ ਕਿ ਤੁਸੀਂ ਗੱਲਬਾਤ ਲਈ ਆਓ, ਪਰ ਪਤਾ ਲੱਗ ਰਿਹਾ ਉਹਨਾਂ ਦੇ ਬਿਆਨਾਂ ਤੋਂ ਕਿ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਕੋਈ ਵੱਡਾ ਕਿਤੇ ਹੰਗਾਮਾ ਨਾ ਖੜਾ ਹੋ ਜਾਏ, ਕਿਉਂਕਿ ਕਈ ਗੱਲਾਂ ਤੁਹਾਡੇ ਹੱਥ 'ਚ ਹੁੰਦੀਆਂ ਨੇ। ਇਹ ਤੁਹਾਡੇ ਹੱਥ 'ਚ ਹੈ ਕਿ ਤੁਸੀਂ ਪੀਸਫੁਲੀ ਮਾਰਚ ਕਰਨਾ ਹੈ, ਤੁਸੀਂ ਪੀਸਫੁਲੀ ਜਾਣਾ ਹੈ, ਤੁਹਾਡਾ ਟੀਚਾ ਹੈ ਕਿ ਪਾਰਲੀਮੈਂਟ ਦੇ ਤੱਕ ਪਹੁੰਚਣ ਦਾ। ਹੋ ਸਕਦਾ ਤੁਹਾਨੂੰ ਰਸਤੇ 'ਚ ਪੁਲਿਸ ਅਰੈਸਟ ਕਰ ਲੇ, ਤੁਹਾਨੂੰ ਗ੍ਰਿਫਤਾਰੀਆਂ ਦੇਣੀਆਂ ਪੈ ਜਾਣ। ਜਦੋਂ ਇੱਕ ਦਿਨ ਗ੍ਰਿਫਤਾਰੀ ਹੋਏਗੀ ਤਾਂ ਦੂਸਰੇ ਦਿਨ ਵੀ ਗ੍ਰਿਫਤਾਰੀਆਂ ਹੋਣਗੀਆਂ। ਤਾਂ ਇੱਕ ਮਾਹੌਲ ਨਾ ਕਿਤੇ ਕ੍ਰੀਏਟ ਹੋ ਜਾਏ। ਜਿੰਨਾ ਕਿ ਸਾਨੂੰ ਕਿਸਾਨਾਂ ਤੋਂ ਜਾਂ ਪਿੰਡਾਂ ਤੋਂ ਪਤਾ ਲੱਗ ਰਿਹਾ ਹੁਣ ਇਸ ਟਾਈਮ, ਬਹੁਤ ਸਾਰੇ ਲੋਕ ਜਦੋਂ ਦਾ ਇਹ ਪ੍ਰੋਗਰਾਮ ਉਲੀਕਿਆ ਹੈ ਪਾਰਲੀਮੈਂਟ ਵੱਲ ਮਾਰਚ ਕਰਨ ਦਾ, ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜੀ ਸਾਡਾ ਉਹਨਾਂ ਜਥਿਆਂ 'ਚ ਨਾਂ ਲਿਖਿਆ ਜਾਵੇ। ਆਤਿਸ਼, ਕਿਸੇ ਟਾਈਮ ਤੁਹਾਡੇ ਚੇਤੇ ਹੋਏਗਾ ਕਿ ਜਦੋਂ ਧਰਮਯੁੱਧ ਮੋਰਚਾ ਲੱਗਿਆ ਸੀਗਾ ਤਾਂ ਪਿੰਡਾਂ ਦੇ ਵਿੱਚੋਂ ਬਹੁਤ ਲੋਕ ਬਹੀਰਾਂ ਕਰਕੇ ਜਾਂਦੇ ਸੀਗੇ। ਉਹ ਲੱਗਦਾ ਸੀ ਉਹਨਾਂ ਨੂੰ ਅਖਲਾਕੀ ਫਰਜ਼ ਸਮਝਦੇ ਸੀ ਆਪਣਾ ਜਾਣਾ, ਕਿ ਅਸੀਂ ਜੇਲ੍ਹਾਂ ਕੱਟਾਂਗੇ, ਅਸੀਂ ਆਪਣੇ ਪੰਥ ਲਈ ਜਾਵਾਂਗੇ, ਪੰਥਕ ਇਸ਼ੂਆਂ 'ਤੇ ਜਾਂਦੇ ਸੀ। ਉਦੋਂ ਕਹਿੰਦੇ ਸੀ ਕਿ ਪੰਥ ਨੂੰ ਖਤਰਾ ਹੈ, ਅਤੇ ਹੁਣ ਤਾਂ ਕਿਸਾਨਾਂ ਦੇ ਘਰਾਂ ਨੂੰ ਖਤਰਾ ਹੈ, ਉਹਨਾਂ ਦੇ ਖੇਤਾਂ ਨੂੰ ਖਤਰਾ ਹੈ। ਇਸ ਕਰਕੇ ਉਹਨਾਂ ਕਿਸਾਨਾਂ ਨੂੰ ਲੱਗਦਾ ਕਿ ਜੇ ਅਗਰ ਉੱਥੇ ਸੈਂਟਰ ਗੌਰਮੈਂਟ ਇਸ ਤਰ੍ਹਾਂ ਦੀ ਕੋਈ ਗਲਤੀ ਕਰਦੀ ਹੈ ਕਿ ਕਿਸਾਨਾਂ ਨੂੰ ਅਰੈਸਟ ਕਰਨ ਦਾ ਕੋਈ ਮੂਵ ਚਲਾ ਲੈਂਦੀ ਹੈਗੀ ਹੈ, ਤਾਂ ਵੱਡੀ ਗਿਣਤੀ 'ਚ ਕਿਸਾਨ ਤਾਂ ਜਾਣ ਨੂੰ ਤਿਆਰ ਹੈ, ਪੰਜਾਬ ਦੇ ਵਿੱਚੋਂ ਵੀ, ਹਰਿਆਣੇ ਦੇ ਵਿੱਚੋਂ ਵੀ, ਕਿ ਹਰ ਕਿਸ ਨੂੰ ਲੱਗਣ ਲੱਗ ਗਿਆ ਕਿ ਕਿਸਾਨੀ ਮੋਰਚਾ, ਅਸੀਂ ਆਪਣੀ ਉਮਰ ਦੇ ਵਿੱਚ ਇਸ ਕਿਸਮ ਦੀ ਐਜੀਟੇਸ਼ਨ ਪਹਿਲੀ ਵਾਰ ਦੇਖ ਰਹੇ ਹਾਂ, ਤਾਂ ਕਿਉਂ ਨਾ ਅਸੀਂ ਜੱਗ ਦੇ ਵਿੱਚ ਇਸ ਕਿਸਮ ਦਾ ਸੀਰ ਪਾਇਆ ਜਾਵੇ। ਤਾਂ ਕਿਸਾਨਾਂ ਦੀ ਭਾਵਨਾ ਸਮਝਣ ਤੋਂ ਪਹਿਲਾਂ ਲੋੜ ਇਸ ਗੱਲ ਦੀ ਹੈ ਕਿ ਪਾਰਲੀਮੈਂਟ ਦੇ ਸੈਸ਼ਨ ਤੋਂ ਪਹਿਲਾਂ
ਜਾਂ ਪਾਰਲੀਮੈਂਟ ਦੇ ਸੈਸ਼ਨ ਦੌਰਾਨ ਸਰਕਾਰ ਹੈ ਜਿਹੜੀ ਉਹ ਇਸ ਮਸਲੇ ਦਾ ਕੋਈ ਢੁਕਵਾਂ ਹੱਲ ਕੱਢੇ, ਕਿਸਾਨ ਜੋ ਚਾਹੁੰਦੇ ਨੇ ਉਸ ਦੇ ਮੁਤਾਬਕ ਮਿਲੇ, ਕਿਉਂਕਿ ਕਿਸਾਨਾਂ ਦੀ ਕੋਈ ਨਿੱਜੀ ਲੜਾਈ ਨਹੀਂ, ਪੰਜਾਬ ਦੇ ਕਿਸਾਨ ਨੇ, ਸਮੁੱਚੇ ਦੇਸ਼ ਦੇ ਕਿਸਾਨ ਨੇ। ਸਾਡਾ ਦੇਸ਼ ਦਾ ਜਿਹੜਾ ਅੰਨ ਭੰਡਾਰ ਹੈ ਉਹਨੂੰ ਭਰਿਆ ਹੈ। ਸਮੁੱਚੀ ਲੁਕਾਈ ਨੂੰ, ਜਿਹੜੀ ਮਨੁੱਖਤਾ ਨੂੰ ਉਹ ਅੰਨ ਪਾਣੀ ਜਿਹੜਾ ਛਕਾਉਂਦਾ ਸਾਡਾ ਕਿਸਾਨ ਹੈ ਜਿਹੜਾ। ਇਸ ਕਰਕੇ ਇਸ ਦੀ ਕੰਟਰੀਬਿਊਸ਼ਨ ਨੂੰ ਦੇਖਦੇ ਹੋਏ ਜਲਦੀ ਇਹ ਖੇਤੀ ਕਾਨੂੰਨਾਂ ਨੂੰ, ਜਿਸ ਤਰ੍ਹਾਂ ਸੰਯੁਕਤ ਕਿਸਾਨ ਮੋਰਚਾ ਚਾਹੁੰਦਾ ਹੈ, ਇਹਦਾ ਹੱਲ ਕੱਢਿਆ ਜਾਵੇ। ਕਿਉਂਕਿ ਹੱਲ ਕੱਢਿਆ ਜਾਵੇਗਾ ਤਾਂ ਉਹੀ એનર્ਜੀ ਕਿਸਾਨ ਹੈ ਉਹ ਆਪਣੇ ਖੇਤਾਂ 'ਚ, ਆਪਣੇ ਪਿੰਡਾਂ 'ਚ, ਆਪਣੇ ਸ਼ਹਿਰਾਂ 'ਚ ਲਾ ਸਕਣਗੇ। ਸਰਕਾਰਾਂ ਦੀ એનર્ਜੀ ਬਚੇਗੀ, ਉੱਥੇ ਸੈਂਟਰ ਗਵਰਨਮੈਂਟ ਦੀ ਬਹੁਤ ਸਾਰੀ એનર્ਜੀ ਬਚੇਗੀ, ਉਹ ਇਧਰੋਂ ਧਿਆਨ ਹਟਾ ਕੇ ਹੋਰ ਕੰਮਾਂ 'ਤੇ ਲਾ ਸਕੇਗੀ। ਇਹ ਸਨ ਸਾਡੇ ਸੀਨੀਅਰ ਪੱਤਰਕਾਰ ਸ਼੍ਰੀ ਚਰਨਜੀਤ ਭੁੱਲਰ, ਜਿਨ੍ਹਾਂ ਨੇ ਦੱਸਿਆ ਵੀ ਕਿ ਕਿਵੇਂ ਭਾਜਪਾ ਆਗੂਆਂ ਦੇ ਖਿਲਾਫ ਕਿਸਾਨਾਂ ਦੇ ਵਿੱਚ ਗੁੱਸਾ ਵੱਧਦਾ ਜਾ ਰਿਹਾ, ਹਰ ਥਾਂ ਤੇ ਉਹਨਾਂ ਦਾ ਵਿਰੋਧ ਹੋ ਰਿਹਾ, ਪਰ ਕੇਂਦਰ ਸਰਕਾਰ ਕਿਸਾਨਾਂ ਦੀ ਗੱਲ ਸੁਣਨ ਲਈ ਤਿਆਰ ਨਹੀਂ ਹੈ। ਹਲੇ ਵੀ ਉਹ ਆਪਣਾ ਅੜੀਅਲ ਰਵੱਈਆ ਜਿਹੜਾ ਉਸੇ ਤਰ੍ਹਾਂ ਅਖਤਿਆਰ ਕਰੀ ਬੈਠੀ ਹੈ ਜਿਵੇਂ ਉਹ ਪਹਿਲੇ ਦਿਨ ਸੀ। ਹੁਣ ਕਿਸਾਨਾਂ ਵੱਲੋਂ ਸੰਸਦ ਵੱਲ ਰੋਸ ਮਾਰਚ ਕੀਤਾ ਜਾਏਗਾ। ਦੇਖਣ ਵਾਲੀ ਗੱਲ ਇਹ ਹੈ ਕਿ ਉਸ ਤੋਂ ਪਹਿਲਾਂ ਕੇਂਦਰ ਸਰਕਾਰ ਕੋਈ ਵੱਡਾ ਫੈਸਲਾ ਲੈਂਦੀ ਹੈ ਜਾਂ ਨਹੀਂ ਲੈਂਦੀ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਕੱਲ੍ਹ ਨੂੰ ਇੱਕ ਨਵੇਂ ਮੁੱਦੇ ਦੇ ਨਾਲ ਫਿਰ ਮਿਲਾਂਗੇ ਪ੍ਰੋਗਰਾਮ ਵੇਲੇ ਦੀ ਗੱਲ ਵਿੱਚ। ਧੰਨਵਾਦ।